ਕਨੈਕਟ ਮੀਡੀਆ ਨੈਟਵਰਕ ਦੇ ਵਿੱਚ ਤੁਹਾਡਾ ਸਵਾਗਤ ਹੈ। ਮੈਂ ਮਨਪ੍ਰੀਤ ਰੰਧਾਵਾ। ਪਿਛਲੇ ਦਿਨਾਂ ਦੇ ਵਿੱਚ ਅਸੀਂ ਸਾਰਿਆਂ ਨੇ ਦੇਖਿਆ ਕਿ ਕਿਸ ਤਰ੍ਹਾਂ ਸਾਡੇ ਮੈਂਬਰ ਪਾਰਲੀਮੈਂਟ ਖਾਸ ਤੌਰ ਤੇ ਵਿਰੋਧੀ ਧਿਰਾਂ ਦੇ ਸਾਡੇ ਉਹ ਪ੍ਰਤੀਨਿਧੀ ਜਿਨ੍ਹਾਂ ਨੂੰ ਲੋਕਾਂ ਨੇ ਚੁਣ ਕੇ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਦੇ ਵਿੱਚ ਭੇਜਿਆ ਜਾਂ ਜਿਨ੍ਹਾਂ ਨੂੰ ਨੋਮੀਨੇਟ ਕੀਤਾ ਗਿਆ ਰਾਜ ਸਭਾ ਦੇ ਵਿੱਚ, ਇਹਨਾਂ ਨੂੰ ਮੁਅੱਤਲ ਕਰਤਾ ਜਾਂ ਇਹਨਾਂ ਨੂੰ ਸਸਪੈਂਡ ਕਰਤਾ। ਕਹਿੰਦੇ ਤੁਸੀਂ ਜਿਹੜਾ ਰਹਿੰਦਾ ਹੋਇਆ ਸੈਸ਼ਨ ਆ, ਇਹ ਵਿੰਟਰ ਸੈਸ਼ਨ ਦੀ ਆਪਾਂ ਗੱਲ ਕਰ ਰਹੇ ਹਾਂ ਪਾਰਲੀਮੈਂਟ ਦੀ, ਇਹਦੇ ਵਿੱਚ ਤੁਸੀਂ ਭਾਗ ਨਹੀਂ ਹੁਣ ਲੈ ਸਕਦੇ ਕਿਸੇ ਵੀ ਗਤੀਵਿਧੀ ਦੇ ਵਿੱਚ, ਕਿਸੇ ਵੀ ਕਾਰਵਾਈ ਦੇ ਵਿੱਚ, ਕਿਸੇ ਵੀ ਪ੍ਰੋਸੀਡਿੰਗ ਦੇ ਵਿੱਚ। ਕਾਰਨ ਕਿਉਂਕਿ ਇਹ ਐਮਪੀਜ਼ ਮੈਂਬਰ ਪਾਰਲੀਮੈਂਟ ਵਿਰੋਧੀ ਧਿਰਾਂ ਦੇ ਮੈਂਬਰ ਪਾਰਲੀਮੈਂਟ ਵਿਰੋਧ ਪ੍ਰਦਰਸ਼ਨ ਕਰ ਰਹੇ ਸੀ ਸਰਕਾਰ ਦੇ ਖਿਲਾਫ, ਜਿਹੜੀ ਪਿਛਲੇ ਦਿਨਾਂ ਦੇ ਵਿੱਚ ਕੁਤਾਹੀ ਹੋਈ ਹੈ ਸੁਰੱਖਿਆ ਨੂੰ ਲੈ ਕੇ, ਔਰ ਚਾਹੁੰਦੇ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਦਨ ਦੇ ਪਟਲ ਤੇ ਆ ਕੇ ਸਟੇਟਮੈਂਟ ਦੇਣ ਕਿ ਇਸ ਕੁਤਾਹੀ ਦਾ ਕਾਰਨ ਕੀ ਹੈ, ਕਿਉਂ ਕੁਤਾਹੀ ਹੋਈ, ਤੇ ਜ਼ਿੰਮੇਵਾਰੀ ਲੈਣ। ਪਰ ਭਾਰਤ ਸਰਕਾਰ ਲੱਗਦਾ ਇਹ ਜ਼ਿੰਮੇਵਾਰੀ ਲੈਣ ਲਈ ਤਿਆਰ ਨਹੀਂ ਆ। ਕਾਰਵਾਈ ਤਾਂ ਜਾਂ ਸਟੇਟਮੈਂਟ ਤਾਂ ਇਹਨਾਂ ਨੇ ਕੀ ਦੇਣੀ ਆ, ਇਹਨਾਂ ਨੇ ਐਮਪੀਜ਼ ਨੂੰ ਹੀ ਮੁਅੱਤਲ ਕਰਤਾ ਜਿਹੜੇ ਇਸ ਗੱਲ ਦੀ ਡਿਮਾਂਡ ਕਰ ਰਹੇ ਸੀ। ਇਸ ਸਾਰੀ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਗੁਜਰਾਤ ਮਾਡਲ ਜਿਹੜਾ ਕੇਵਲ ਗੁਜਰਾਤ ਤੱਕ ਸੀਮਿਤ ਸੀ ਸੰਨ 2014 ਤੱਕ, ਹੁਣ ਪੂਰੇ ਭਾਰਤ ਦੇ ਵਿੱਚ ਲਾਗੂ ਹੋ ਗਿਆ, ਪਾਰਲੀਮੈਂਟ ਤੇ ਵੀ ਲਾਗੂ ਹੋ ਗਿਆ। ਤੇ ਨਾਲ ਹੀ ਗੱਲ ਕਰਾਂਗੇ ਅੱਜ ਇੱਕ ਬੜੀ ਅਹਿਮ ਬੈਠਕ ਹੋਣ ਜਾ ਰਹੀ ਹੈ ਇੰਡੀਆ ਅਲਾਇੰਸ ਦੀ। 28 ਵਿਰੋਧੀ ਪਾਰਟੀਆਂ ਦਾ ਉਹ ਗੱਠਜੋੜ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਤੋਂ ਬਰਖਾਸਤ ਕਰਨਾ ਚਾਹੁੰਦਾ ਸੰਨ 2024 ਦੇ ਵਿੱਚ। ਇਸ ਬੈਠਕ ਦਾ ਮਤਲਬ ਕੀ ਆ, ਕੀ ਇਸ ਦੀ ਅਹਿਮੀਅਤ ਆ, ਤੇ ਕੀ ਇਹ ਜਿਹੜਾ ਗੱਠਜੋੜ ਆ ਭਾਰਤੀ ਜਨਤਾ ਪਾਰਟੀ ਨੂੰ ਸੰਨ 2024 ਦੇ ਵਿੱਚ ਸੱਤਾ ਤੋਂ ਬਾਹਰ ਕਰ ਸਕਦਾ। ਤੇ ਇਸ ਤੋਂ ਇਲਾਵਾ ਅਸੀਂ ਇਹ ਵੀ ਗੱਲ ਕਰਾਂਗੇ ਕਿ ਬਿਕਰਮ ਸਿੰਘ ਮਜੀਠੀਆ ਦੀ ਬੀਤੇ ਕੱਲ 7 ਘੰਟੇ ਦੀ ਪੁੱਛਗਿੱਛ ਤੋਂ ਬਾਅਦ ਕੀ ਇਹ SIT ਕਿਸੇ ਨਤੀਜੇ ਤੇ ਪਹੁੰਚੇਗੀ, ਕੀ ਕੋਈ ਇਸ ਤਰ੍ਹਾਂ ਦਾ ਨਵਾਂ ਕੋਈ ਐਵੀਡੈਂਸ ਆਊਗਾ, ਸਬੂਤ ਆਊਗਾ, ਜਿਸ ਕਰਕੇ ਬਿਕਰਮ ਸਿੰਘ ਮਜੀਠੀਆ ਜਾਂ ਹੋਰ ਜਿਹੜੇ ਇਸ ਤਰ੍ਹਾਂ ਦੇ ਵਿਅਕਤੀ ਆ ਉਹਨਾਂ ਤੇ ਕਿਸੇ ਤਰ੍ਹਾਂ ਦਾ ਕੋਈ ਸ਼ਿਕੰਜਾ ਕੱਸਿਆ ਜਾਊਗਾ, ਜਾਂ ਕੇਵਲ ਇਹ ਕੋਰੀ ਤੇ ਕੋਰੀ ਸਿਆਸਤ ਆ। ਇਸ ਗੱਲ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਬੀਤੇ ਕੱਲ ਯਾਨੀ ਕਿ ਸੋਮਵਾਰ ਨੂੰ ਕਿਸੇ ਨੂੰ ਉਮੀਦ ਨਹੀਂ ਸੀ ਕਿ ਮੈਂਬਰ ਪਾਰਲੀਮੈਂਟ, ਉਹ ਮੈਂਬਰ ਪਾਰਲੀਮੈਂਟ ਜਿਹੜੇ ਲੋਕਾਂ ਨੇ ਚੁਣ ਕੇ ਪਾਰਲੀਮੈਂਟ ਦੇ ਵਿੱਚ ਲੋਕ ਸਭਾ ਦੇ ਵਿੱਚ ਭੇਜੇ ਆ ਜਾਂ ਜਿਨ੍ਹਾਂ ਨੂੰ ਰਾਜ ਸਭਾ ਦੇ ਵਿੱਚ ਨੋਮੀਨੇਟ ਕੀਤਾ ਗਿਆ, ਜੇ ਕੋਈ ਲੋਕਾਂ ਦੀ ਆਵਾਜ਼ ਉਠਾਉਣਗੇ ਜਾਂ ਕੋਈ ਧਰਨਾ ਪ੍ਰਦਰਸ਼ਨ ਕਰਨਗੇ ਅੰਦਰ ਜਾਂ ਸਰਕਾਰ ਦਾ ਵਿਰੋਧ ਕਰਨਗੇ, ਇਸ ਕਰਕੇ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਜਾਊਗਾ, ਉਹਨਾਂ ਨੂੰ ਪਾਰਲੀਮੈਂਟ ਤੋਂ ਬਾਹਰ ਦਾ ਰਾਹ ਦਿਖਾ ਦਿੱਤਾ ਜਾਊਗਾ। ਕਿਹਾ ਜਾਊਗਾ ਕਿ ਇਹ ਤਾਂ ਪਾਰਲੀਮੈਂਟ ਦੀ ਗਤੀਵਿਧੀਆਂ ਦੇ ਵਿੱਚ ਵਿਘਨ ਪਾਉਂਦੇ ਨੇ ਜਾਂ ਉਸ ਨੂੰ ਚੱਲਣ ਨਹੀਂ ਦਿੰਦੇ। ਇਹ ਆਪਣੇ ਆਪ ਦੇ ਵਿੱਚ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਭਾਰਤ ਹੁਣ ਲਗਾਤਾਰ ਜਾਂ ਭਾਰਤ ਦੀ ਮੌਜੂਦਾ ਸਰਕਾਰ, ਕੇਂਦਰ ਦੀ ਸਰਕਾਰ, ਜਾਂ ਜਿਹਨੂੰ ਅਸੀਂ ਇਹ ਕਹਾਂਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ, ਲਗਾਤਾਰ ਤਾਨਾਸ਼ਾਹੀ ਵੱਲ ਵੱਧ ਰਹੀ ਆ। ਇਹ ਤਾਂ ਠੀਕ ਆ ਕਿ ਜਦੋਂ ਇਹ ਸੈਸ਼ਨ ਸ਼ੁਰੂ ਹੋਇਆ ਸੀ 14 ਦਸੰਬਰ ਨੂੰ, ਉਦੋਂ ਇਹਨਾਂ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਨੇ ਬੜਾ ਅੱਗੇ ਹੋ ਕੇ ਪੱਤਰਕਾਰਾਂ ਨੂੰ ਕਿਹਾ ਸੀ ਕਿ ਦੇਖੋ ਜੀ, ਵਿਰੋਧੀ ਧਿਰਾਂ ਦੀ ਬੜੀ ਵੱਡੀ ਭੂਮਿਕਾ ਹੁੰਦੀ ਹੈ ਕਿਸੇ ਵੀ ਲੋਕਤਾਂਤਰਿਕ ਸਰਕਾਰ ਦੇ ਵਿੱਚ, ਕਿਸੇ ਵੀ ਡੈਮੋਕ੍ਰੇਸੀ ਦੇ ਵਿੱਚ, ਪਰ ਕਹਿਣੀ ਤੇ ਕਥਨੀ ਦੇ ਵਿੱਚ ਫਰਕ ਬਹੁਤ ਆ। ਹੁਣ ਤੁਸੀਂ ਦੇਖੋ 78 MP ਬੀਤੇ ਕੱਲ, ਤੇ ਇਸ ਤੋਂ ਪਹਿਲਾਂ 14 MP ਉਹ ਵੀ ਸਸਪੈਂਡ ਕਰ ਦਿੱਤੇ ਗਏ ਸੀ, ਮੁਅੱਤਲ ਕਰ ਦਿੱਤੇ ਗਏ ਸੀ। ਇਹਨਾਂ ਚੋਂ ਲੋਕ ਸਭਾ ਤੋਂ ਵੀ ਆ ਤੇ ਰਾਜ ਸਭਾ ਤੋਂ ਵੀ ਆ। ਤੇ ਕਾਰਨ ਕੀ ਆ? ਕੀ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਅਸਤੀਫਾ ਮੰਗ ਰਹੇ ਸੀ? ਬਿਲਕੁਲ ਨਹੀਂ ਸੀ ਮੰਗ ਰਹੇ। ਕੀ ਇਹ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਅਸਤੀਫਾ ਮੰਗ ਰਹੇ ਸੀ? ਬਿਲਕੁਲ ਨਹੀਂ ਸੀ ਮੰਗ ਰਹੇ। ਕਹਿ ਕੀ ਰਹੇ ਸੀ? ਇਹਨਾਂ ਦੀ ਮੰਗ ਕੀ ਸੀ? ਮੰਗ ਇਹਨਾਂ ਸਾਰੇ MPs ਦੀ ਜਿਹੜੇ ਵਿਰੋਧੀ ਧਿਰਾਂ ਤੋਂ ਆਉਂਦੇ ਨੇ, ਵੱਖਰੀਆਂ ਵੱਖਰੀਆਂ ਪਾਰਟੀਆਂ ਤੋਂ ਆਉਂਦੇ ਨੇ, ਕੇਵਲ ਤੇ ਕੇਵਲ ਇੰਨੀ ਕੁ ਸੀ ਕਿ ਜਿਹੜੀ ਕੁਤਾਹੀ 13 ਦਸੰਬਰ ਨੂੰ ਹੋਈ ਆ, ਸਿਕਿਉਰਿਟੀ ਬ੍ਰੀਚ ਹੋਇਆ, ਉਹ ਦੁਬਾਰਾ ਨਾ ਹੋਵੇ। ਤੇ ਇਸ ਕਰਕੇ ਭਾਰਤ ਦੇ ਜਿਹੜੇ ਗ੍ਰਹਿ ਮੰਤਰੀ ਨੇ ਅਮਿਤ ਸ਼ਾਹ, ਉਹ ਆ ਕੇ ਸਦਨ ਦੇ ਪਟਲ ਤੇ ਇੱਕ ਬਿਆਨ ਦੇਣ, ਇੱਕ ਟਿੱਪਣੀ ਦੇਣ, ਤਾਂ ਕਿ ਪਤਾ ਲੱਗੇ, ਪੂਰੇ ਮੁਲਕ ਨੂੰ ਪਤਾ ਲੱਗੇ ਕਿ ਕੀ ਸਥਿਤੀ ਆ। ਦੇਖੋ, ਭਾਰਤ ਦੇ ਗ੍ਰਹਿ ਮੰਤਰੀ ਜਾ ਕੇ ਕਿਸੇ ਟੀਵੀ ਚੈਨਲ ਨੂੰ ਉਹਨਾਂ ਨੂੰ ਇੰਟਰਵਿਊ ਤਾਂ ਦੇ ਸਕਦੇ ਆ, ਪਰ ਸਦਨ ਦੇ ਵਿੱਚ ਆ ਕੇ ਕਿਸੇ ਤਰ੍ਹਾਂ ਦੀ ਉਹ ਸਟੇਟਮੈਂਟ ਨਹੀਂ ਦੇਣਾ ਚਾਹੁੰਦੇ। ਨਾ ਹੀ ਭਾਰਤ ਦੇ ਪ੍ਰਧਾਨ ਮੰਤਰੀ ਆਉਣਾ ਚਾਹੁੰਦੇ ਜਾਂ ਸਟੇਟਮੈਂਟ ਦੇਣਾ ਚਾਹੁੰਦੇ ਆ। ਕੀ ਕਾਰਨ ਆ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਵਾਕਿਆ ਹੁੰਦਾ
ਭਾਰਤ ਦੀ ਸਰਕਾਰ ਜਾਂ ਭਾਰਤ ਦੇ ਮੰਤਰੀ, ਕੇਂਦਰੀ ਮੰਤਰੀ ਸਦਨ ਦੇ ਵਿੱਚ ਆ ਕੇ ਕੁਝ ਵੀ ਨਹੀਂ ਕਹਿਣਾ ਚਾਹੁੰਦੇ। ਤੁਸੀਂ ਯਾਦ ਕਰੋ, ਜਦੋਂ ਮਨੀਪੁਰ ਦੀ ਹਿੰਸਾ ਦਾ ਮਾਮਲਾ ਆਇਆ ਸੀ, ਇਹਨਾਂ ਵਿਰੋਧੀ ਧਿਰਾਂ ਨੂੰ ਕਿੰਨੇ ਦਿਨ ਲੱਗ ਗਏ ਸੀ, ਕਿਉਂਕਿ ਵੈਸੇ ਤਾਂ ਇਹ ਮੰਗ ਰਹੇ ਸੀ ਕਿ ਜੁਆਇੰਟ ਪਾਰਲੀਮੈਂਟਰੀ ਕਮੇਟੀ ਬਣੇ। ਜੇਪੀਸੀ ਤਾਂ ਕਿਸੇ ਨੇ ਬਣਾਈ ਨਹੀਂ, ਇੱਥੋਂ ਤੱਕ ਕਿ ਕਿਸੇ ਨੇ ਬਿਆਨ ਦੇਣ ਦੀ ਵੀ ਜ਼ਿੰਮਤ ਨਹੀਂ ਸਮਝੀ ਕਿ ਅਸੀਂ ਆ ਕੇ ਇੱਥੇ ਬਿਆਨ ਦੇਈਏ, ਜਿਹੜਾ ਕਿ ਕਿਸੇ ਵੀ ਡੈਮੋਕ੍ਰੇਸੀ ਦਾ, ਕਿਸੇ ਵੀ ਪਾਰਲੀਮੈਂਟਰੀ ਫਾਰਮ ਆਫ ਡੈਮੋਕ੍ਰੇਸੀ ਦਾ ਇੱਕ ਅਧਿਕਾਰ ਹੁੰਦਾ ਜਾਂ ਉਹਦਾ ਇੱਕ ਨੋਰਮ ਹੁੰਦਾ। ਬਲਕਿ ਉਸ ਤੋਂ ਬਾਅਦ ਇਹਨਾਂ ਵਿਰੋਧੀ ਧਿਰਾਂ ਨੂੰ ਇੱਕ ਬੇਭਰੋਸਗੀ ਮਤਾ ਲੈ ਕੇ ਆਉਣਾ ਪਿਆ ਸੀ ਕਿ ਘੱਟੋ ਘੱਟ ਇਸ ਕਰਕੇ ਭਾਰਤ ਦੇ ਪ੍ਰਧਾਨ ਮੰਤਰੀ ਬੋਲਣਗੇ ਤਾਂ ਸਹੀ। ਹਾਲਾਂਕਿ ਭਾਰਤ ਦੇ ਪ੍ਰਧਾਨ ਮੰਤਰੀ ਉਦੋਂ ਬੋਲੇ, ਨਰਿੰਦਰ ਮੋਦੀ 1.5 ਘੰਟੇ ਤੋਂ ਵੀ ਵੱਧ ਦਾ ਭਾਸ਼ਣ ਹੈ, ਕੇਵਲ 2 ਮਿੰਟ ਇਹਨਾਂ ਨੇ ਮਨੀਪੁਰ ਨੂੰ ਦਿੱਤੇ। ਉਸ ਵਕਤ ਵੀ ਬੜੀ ਹੈਰਾਨਗੀ ਹੋਈ ਸੀ ਕਿ ਭਾਰਤ ਦਾ ਇੱਕ ਸੂਬਾ ਸੜ ਰਿਹਾ ਹੋਵੇ, ਉੱਥੇ ਔਰਤਾਂ ਦੇ ਨਾਲ ਬਲਾਤਕਾਰ ਹੋ ਰਹੇ ਹੋਣ, ਔਰ ਉਸ ਸੂਬੇ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਆਪਣੀ ਸਰਕਾਰ ਹੋਵੇ ਤੇ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਬੋਲੇ ਤੱਕ ਨਾ। ਇਹ ਗੱਲ ਵੀ ਆਪਾਂ ਨੂੰ ਪਤਾ। ਪਰ ਹੁਣ ਤੁਸੀਂ ਦੇਖੋ, ਇਹ ਸਾਰੇ ਐਮਪੀਜ਼ ਤਾਂ ਇਹਨਾਂ ਨੇ ਮੁਅੱਤਲ ਕਰਤੇ ਆ। ਤੁਹਾਨੂੰ ਯਾਦ ਹੋਣਾ, ਇਹ ਜਿਹੜਾ ਸਸਪੈਂਸ਼ਨ ਕਰਨ ਦਾ ਸਿਲਸਿਲਾ ਇਹ ਇੰਨਾ ਕੁ ਜ਼ਿਆਦਾ, ਹਾਲਾਂਕਿ ਸਾਡੇ ਯੂਨੀਅਨ ਮੰਤਰੀ ਆ, ਕੇਂਦਰੀ ਮੰਤਰੀ ਪਾਰਲੀਮੈਂਟਰੀ ਅਫੇਅਰਸ ਦੇ, ਜਿਨ੍ਹਾਂ ਨੇ ਇਹ ਫੈਸਲਾ ਲੈਣਾ ਹੁੰਦਾ, ਪ੍ਰਹਲਾਦ ਜੋਸ਼ੀ ਦੀ ਮੈਂ ਗੱਲ ਕਰ ਰਿਹਾ, ਉਹਨਾਂ ਨੇ ਤਾਂ ਬਲਕਿ ਇੱਕ ਉਹ ਐਮਪੀ ਵੀ ਸਸਪੈਂਡ ਕਰਤਾ ਸੀ ਡੀਐਮਕੇ ਦਾ, ਜਿਹਦਾ ਨਾਂ SR ਪ੍ਰਤਿਭਾਨ ਆ। ਉਹ ਜਿਹੜਾ ਕਿ ਮੌਜੂਦ ਹੀ ਨਹੀਂ ਸੀ ਸਦਨ ਦੇ ਵਿੱਚ, ਹੈ ਹੀ ਨਹੀਂ ਸੀ ਉੱਥੇ। ਉਹ ਤਾਂ ਬਾਅਦ 'ਚ ਜਦੋਂ ਪਤਾ ਲੱਗਾ, ਕਹਿੰਦੇ ਸਾਡੇ ਤੋਂ ਗਲਤੀ ਹੋ ਗਈ, ਤੇ ਬਾਅਦ ਦੇ ਵਿੱਚ ਉਸ ਦੀ ਜਿਹੜੀ ਸਸਪੈਂਸ਼ਨ ਸੀ ਉਹ ਕੈਂਸਲ ਕਰਨੀ ਪਈ। ਇਹ ਹਾਲਾਤ ਨੇ, ਯਾਨੀ ਕਿ ਤੁਸੀਂ ਲਗਾਤਾਰ ਇਸ ਤਾਕ ਦੇ ਵਿੱਚ ਰਹਿੰਦੇ ਹੋ ਕਿ ਵਿਰੋਧੀ ਧਿਰ ਰਵੀ ਨਾ, ਕੇਵਲ ਇੱਕ ਸਿੰਗਲ ਪਾਰਟੀ ਦਾ ਰਾਜ ਹੋਵੇ ਤੇ ਤਾਨਾਸ਼ਾਹੀ ਦੇ ਨਾਲ ਤੁਸੀਂ ਜਿਹੜਾ ਮਰਜ਼ੀ ਬਿੱਲ ਲੈ ਆਓ, ਉਸ ਤੇ ਡਿਸਕਸ਼ਨ ਵੀ ਨਾ ਹੋਵੇ, ਡਿਬੇਟ ਵੀ ਨਾ ਹੋਵੇ, ਤੇ ਬਾਅਦ ਦੇ ਵਿੱਚ ਉਹ ਪਾਸ ਹੋ ਜਾਏ, ਲੋਕਾਂ ਤੱਕ ਪਹੁੰਚ ਜਾਏ। ਇਹ ਕਿਸ ਤਰ੍ਹਾਂ ਦੀ ਇੱਕ ਡੈਮੋਕ੍ਰੇਸੀ ਹੈ, ਕਿਸ ਤਰ੍ਹਾਂ ਦੀ ਤੁਸੀਂ ਪ੍ਰਥਾ ਇੱਥੇ ਪੈਦਾ ਕਰ ਰਹੇ ਹੋ, ਕਦੇ ਸੋਚ ਕੇ ਦੇਖਿਓ। ਕਾਂਗਰਸ ਸੱਤਾ 'ਚ ਆਵੇ ਜਾਂ ਵਿਰੋਧੀ ਧਿਰ ਸੱਤਾ 'ਚ ਆਵੇ ਨਾ ਆਵੇ, ਇਹ ਕਿਸੇ ਦਾ ਕੋਈ ਸਰੋਕਾਰ ਨਹੀਂ ਆ। ਹੋ ਸਕਦਾ ਉਹਨਾਂ ਦੇ ਸਮਰਥਕਾਂ ਦਾ ਸਰੋਕਾਰ ਹੈ, ਲੇਕਿਨ ਭਾਰਤ ਕਿਸ ਤਰ੍ਹਾਂ ਦਾ ਰਵੇ, ਭਾਰਤ ਇੱਕ ਲੋਕਤਾਂਤਰਿਕ ਜਾਂ ਇੱਕ ਜਮਹੂਰੀਅਤ ਵਾਲਾ ਮੁਲਕ ਰਵੇ, ਇਹ ਤਾਂ ਸਾਡਾ ਸਾਰਿਆਂ ਦਾ ਸਰੋਕਾਰ ਹੈ। ਜੇ ਇਹ ਚੀਜ਼ਾਂ ਨਹੀਂ ਹੋਣਗੀਆਂ ਤਾਂ ਤੁਸੀਂ ਆਪ ਸਮਝ ਸਕਦੇ ਹੋ ਕਿ ਇਸ ਦਾ ਕੀ ਬਣੂਗਾ। ਹੁਣ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪਲ ਦਿੰਦਾ। ਯੂਪੀ ਦਾ ਭਾਰਤੀ ਜਨਤਾ ਪਾਰਟੀ ਦਾ ਇੱਕ MLA ਆ, ਨਾਮ ਆ ਉਹਦਾ ਰਾਮ ਦੁਲਾਰ ਗੌਂਡ। ਸ਼ਡਿਊਲ ਟ੍ਰਾਈਬ ਨੂੰ ਉਹ ਬਿਲੋਂਗ ਕਰਦਾ, ਉਹਦੇ ਨਾਲ ਸੰਬੰਧ ਰੱਖਦਾ MLA ਆ। ਇਸ ਨੂੰ 15 ਦਸੰਬਰ ਨੂੰ ਯੂਪੀ ਦੀ ਕੋਰਟ ਨੇ 25 ਸਾਲ ਦੀ ਸਜ਼ਾ ਸੁਣਾਤੀ ਤੇ 10 ਲੱਖ ਰੁਪਇਆ ਇਸ ਨੂੰ ਜੁਰਮਾਨਾ ਕਰਤਾ। ਜੇਲ੍ਹ ਇਸ ਕਰਕੇ ਸੁਣਾਤੀ ਕਿਉਂਕਿ ਸਨ 2014 ਦੇ ਵਿੱਚ ਇਸ ਨੇ ਇੱਕ ਨਾਬਾਲਿਗ ਕੁੜੀ ਦੇ ਨਾਲ ਬਲਾਤਕਾਰ ਕੀਤਾ ਸੀ। ਇਸ ਕਰਕੇ 15 ਦਸੰਬਰ ਨੂੰ ਸਜ਼ਾ ਸੁਣਾ ਦਿੱਤੀ ਗਈ 25 ਸਾਲਾਂ ਦੀ। ਔਰ ਸਾਡਾ ਜਿਹੜਾ ਕਾਨੂੰਨ ਆ, ਜਾਂ ਜਿਹੜਾ ਸਾਡਾ ਪੀਪਲਜ਼ ਰਿਪਰੈਜ਼ੈਂਟੇਸ਼ਨ ਐਕਟ ਆ, ਉਸ ਅਨੁਸਾਰ ਜੇ ਕਿਸੇ ਵੀ MLA ਨੂੰ, ਕਿਸੇ ਵੀ MP ਨੂੰ 2 ਜਾਂ 2 ਸਾਲ ਤੋਂ ਵੱਧ ਸਜ਼ਾ ਹੋ ਜਾਏ, ਨਾਲ ਦੀ ਨਾਲ ਉਸ ਦੀ ਜਿਹੜੀ ਮੈਂਬਰਸ਼ਿਪ ਆ ਉਹ ਚਲੀ ਜਾਂਦੀ ਹੈ। ਅੱਜ 19 ਦਸੰਬਰ ਆ, ਪਰ ਇਸ ਤੇ ਕੋਈ ਕਾਰਵਾਈ ਨਹੀਂ। ਤੇ ਤੁਸੀਂ ਅੰਦਾਜ਼ਾ ਲਾਓ, ਜਦੋਂ ਰਾਹੁਲ ਗਾਂਧੀ ਨੂੰ 2 ਸਾਲ ਦੀ ਸਜ਼ਾ ਹੋਈ ਸੀ ਇੱਕ ਮਾਨਹਾਨੀ ਦੇ ਇੱਕ ਕੇਸ ਦੇ ਵਿੱਚ, ਤੇ ਮੈਨੂੰ ਲੱਗਦਾ 24 ਘੰਟੇ ਵੀ ਨਹੀਂ ਸੀ ਲੱਗੇ, ਨਾਲ ਦੀ ਨਾਲ ਹੀ ਕਾਰਵਾਈ ਹੋਈ ਸੀ। ਹਜੇ ਉਸ ਵਕਤ ਤੱਕ ਇਹ ਵੀ ਸਮਝਿਆ ਜਾਂਦਾ ਕਿ ਕੋਰਟ ਦੀ ਸ਼ਾਇਦ ਜਜਮੈਂਟ ਜਾਂ ਆਰਡਰ ਤੱਕ ਨਾ ਪਹੁੰਚਿਆ ਹੋਵੇ, ਇੰਨੀ ਫੁਰਤੀ ਦੇ ਨਾਲ ਸਾਰਾ ਕੁਝ ਹੋਇਆ ਸੀ। ਇਸੇ ਤਰ੍ਹਾਂ ਤੁਸੀਂ ਮਹੁਆ ਮੋਇਤਰਾ ਦੇ ਕੇਸ ਦੇ ਵਿੱਚ ਵੀ ਦੇਖ ਲਓ, ਕਿਸ ਤਰ੍ਹਾਂ ਉਹਨਾਂ ਨੂੰ ਮੁਅੱਤਲ ਕੀਤਾ ਗਿਆ ਕਿ ਇਹ ਪੈਸੇ ਲੈ ਕੇ ਸਵਾਲ ਪੁੱਛਦੀ ਸੀ। ਤ੍ਰਿਣਮੂਲ ਕਾਂਗਰਸ ਪਾਰਟੀ ਦੀ MP ਦੀ ਮੈਂ ਗੱਲ ਕਰ ਰਿਹਾ। ਪਰ ਕੀ ਅੱਜ ਤੱਕ ਉਸ ਮਾਮਲੇ ਦੇ ਵਿੱਚ ਕੋਈ ਸਬੂਤ ਮਿਲਿਆ? ਕੋਈ ਸਬੂਤ ਨਹੀਂ ਮਿਲਿਆ। ਬਾਰ-ਬਾਰ ਉਸਨੇ ਕਹਿਣ ਦੀ ਕੋਸ਼ਿਸ਼ ਕੀਤੀ, ਮਹੁਆ ਮੋਇਤਰਾ ਨੇ, ਕਿ ਮੈਨੂੰ ਘੱਟੋ ਘੱਟ ਬੋਲਣ ਦਾ ਮੌਕਾ ਤਾਂ ਦਿਓ, ਮੌਕਾ ਛੱਡੋ। ਕਿਸੇ ਤਰ੍ਹਾਂ ਦਾ ਕੋਈ ਵੀ ਉਸ ਨੂੰ ਇਹ ਵੀ ਇੱਕ ਓਪਰਚੁਨਿਟੀ ਨਹੀਂ ਮਿਲੀ ਕਿ ਉਹ ਜਿਹੜੀ ਕਮੇਟੀ ਬਣੀ ਸੀ, ਪ੍ਰਿਵਿਲੇਜ ਕਮੇਟੀ, ਜਿਹੜੀ ਇਸ ਮਾਮਲੇ ਨੂੰ ਦੇਖ ਰਹੀ ਸੀ, ਉਸ ਦੇ ਸਾਹਮਣੇ ਵੀ ਉਹ ਪੱਖ ਨਹੀਂ ਆਪਣਾ ਰੱਖ ਸਕੀ। ਵੈਸੇ ਇਹ ਜਿਹੜੀ ਭਾਰਤੀ ਜਨਤਾ ਪਾਰਟੀ ਦਾ ਨਵਾਂ ਰੂਪ ਆ, ਜਿਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਲਾ ਰਹੇ ਆ, ਜਾਂ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਚਲਾ ਰਹੇ ਆ, ਜਾਂ ਭਾਰਤ ਦੇ ਇਸ ਟਾਈਮ ਨੈਸ਼ਨਲ ਲੀਡਰ ਭਾਰਤੀ ਜਨਤਾ ਪਾਰਟੀ ਦੇ ਨੈਸ਼ਨਲ ਪ੍ਰੈਜ਼ੀਡੈਂਟ JP ਨੱਡਾ ਚਲਾ ਰਹੇ ਆ। ਖੈਰ ਉਹ ਤਾਂ ਬਹੁਤ ਪਿੱਛੇ ਆਉਂਦੇ ਆ। ਕੇਵਲ ਉਹਨਾਂ ਨੇ ਵਿਰੋਧੀ ਪਾਰਟੀਆਂ ਨਾਲ ਨਹੀਂ ਇਸ ਤਰ੍ਹਾਂ ਕੀਤਾ। ਜੇ ਤੁਸੀਂ ਦੇਖੋ, ਆਪਣੇ ਹੀ ਉਹਨਾਂ ਦੇ ਲੀਡਰਸ
ਜਿਹੜੇ ਸੀਨੀਅਰ ਹੋ ਚੁੱਕੇ ਆ ਉਹਨਾਂ ਦੇ ਨਾਲ ਵੀ ਇਹੀ ਹੋ ਰਿਹਾ। ਲਾਲ ਕ੍ਰਿਸ਼ਨ ਅਡਵਾਨੀ ਕਿਸੇ ਟਾਈਮ ਭਾਰਤ ਦੇ ਉਪ ਪ੍ਰਧਾਨ ਮੰਤਰੀ ਰਹੇ ਆ, ਗ੍ਰਹਿ ਮੰਤਰੀ ਤਾਂ ਉਹ ਰਹੀ ਆ, ਤੇ ਭਾਰਤੀ ਜਨਤਾ ਪਾਰਟੀ ਦੇ ਬੜੇ ਵੱਡੇ ਲੀਡਰ ਆ, ਨਾਲ ਹੀ ਉਹਨਾਂ ਦੇ ਮੁਰਲੀ ਮਨੋਹਰ ਜੋਸ਼ੀ। ਇਸ ਵਕਤ ਇਹਨਾਂ ਨੂੰ ਮਾਰਗਦਰਸ਼ਨ ਮੰਡਲ ਦੇ ਵਿੱਚ ਪਾਤਾ, ਕਹਿੰਦੇ ਤੁਹਾਡੀ ਲੋੜ ਹੀ ਨਹੀਂ। ਕਿਸੇ ਵਕਤ ਉਹ ਇਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣਾਂ ਦੇ ਗੁਰੂ ਮੰਨੇ ਜਾਂਦੇ ਸੀ। ਔਰ ਗੁਜਰਾਤ ਦੇ ਵਿੱਚ ਜਦੋਂ ਇਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਤੌਰ ਮੁੱਖ ਮੰਤਰੀ ਡਿਸਮਿਸਲ ਹੋ ਜਾਣਾ ਸੀ ਜਾਂ ਇਹਨਾਂ ਨੂੰ ਹਟਾਉਣ ਲੱਗੇ ਸੀ ਗੁਜਰਾਤ ਦੰਗਿਆਂ ਤੋਂ ਬਾਅਦ, ਤੇ LK ਅਡਵਾਨੀ, ਲਾਲ ਕ੍ਰਿਸ਼ਨ ਅਡਵਾਨੀ ਨੇ ਬਚਾਇਆ ਸੀ। ਇੱਥੋਂ ਤੱਕ ਨੌਬਤ ਪਹੁੰਚ ਗਈ ਸੀ। ਤੇ ਹੁਣ ਹੋਇਆ ਕੀ ਹੈ, ਆਪਾਂ ਨੂੰ ਸਾਰਿਆਂ ਨੂੰ ਪਤਾ ਕਿ 22 ਜਨਵਰੀ ਨੂੰ ਅਯੋਧਿਆ ਮੰਦਿਰ ਦਾ ਉੱਥੇ ਇੱਕ ਤਰ੍ਹਾਂ ਦਾ ਉਹਨੂੰ ਖੋਲ੍ਹਿਆ ਜਾਣਾ ਜਾਂ ਉੱਥੇ ਇੱਕ ਇਕੱਠ ਕੀਤਾ ਜਾਣਾ। ਉੱਥੇ ਕਈ ਪਤਵੰਤੇ ਸੱਜਣ ਆਉਣੇ ਆ, ਪਰ ਲਾਲ ਕ੍ਰਿਸ਼ਨ ਅਡਵਾਨੀ ਨੂੰ ਤੇ ਮੁਰਲੀ ਮਨੋਹਰ ਜੋਸ਼ੀ ਨੂੰ ਪਹਿਲੇ ਜਾ ਕੇ ਜਿਹੜੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਕਸ਼ੇਤਰਾ ਟਰਸਟ ਆ, ਇਹਨਾਂ ਦੇ ਬੰਦਿਆਂ ਨੇ ਜਾ ਕੇ ਇਹ ਕਹਿਤਾ ਕਿ ਤੁਹਾਡੀ ਸਿਹਤ ਠੀਕ ਨਹੀਂ ਆ, ਇਸ ਕਰਕੇ ਤੁਸੀਂ ਆਉਣਾ ਤੋਂ ਰਹਿਣ ਦਿਓ, ਯਾਨੀ ਕਿ ਤੁਸੀਂ ਆਇਓ ਨਾ। 96 ਸਾਲ ਦੇ ਨੇ ਲਾਲ ਕ੍ਰਿਸ਼ਨ ਅਡਵਾਨੀ ਤੇ 90 ਸਾਲਾਂ ਦੇ ਨੇ ਮੁਰਲੀ ਮਨੋਹਰ ਜੋਸ਼ੀ, ਤੇ ਆਪ ਹੀ ਆ ਕੇ ਇਹ ਚੰਪਤ ਰਾਏ ਨੇ ਇਹਨਾਂ ਦੇ ਜਨਰਲ ਸਕੱਤਰ, ਉਹਨਾਂ ਨੇ ਇਹ ਗੱਲ ਕਹੀ ਆ। ਕਹਿੰਦੇ ਜੀ ਅਸੀਂ ਉਹਨਾਂ ਨੂੰ ਆਪ ਹੀ ਕਹਿਤਾ ਕਿਉਂਕਿ ਤੁਸੀਂ ਬਜ਼ੁਰਗ ਬਹੁਤ ਹੋ ਗਏ ਹੋ, ਇੱਕ 96 ਸਾਲਾਂ ਦੇ, ਇੱਕ 90 ਸਾਲਾਂ ਦੇ ਹੋ, ਤੁਹਾਨੂੰ ਆਉਣ ਦੀ ਲੋੜ ਨਹੀਂ, ਤੁਹਾਡੀ ਕਿਤੇ ਸਿਹਤ ਨਾ ਖਰਾਬ ਹੋ ਜਾਏ। ਪਰ ਦੂਸਰੇ ਪਾਸੇ ਇਹੀ ਚੰਪਤ ਰਾਏ ਇਹ ਵੀ ਕਹਿੰਦੇ ਆ, ਕਹਿੰਦੇ ਅਸੀਂ 3 ਮੈਂਬਰੀ ਇੱਕ ਡੈਲੀਗੇਸ਼ਨ ਭੇਜ ਰਹੇ ਆ। ਉਹ ਡੈਲੀਗੇਸ਼ਨ ਕਿਹਦੇ ਕੋਲ ਜਾ ਰਿਹਾ? HD ਦੇਵੇਗੌੜਾ ਕੋਲੇ। HD ਦੇਵੇਗੌੜਾ ਤੁਸੀਂ ਜ਼ਰੂਰ ਸੁਣਿਆ ਹੋਣਾ, ਸਾਡੇ ਮੁਲਕ ਦੇ ਪ੍ਰਧਾਨ ਮੰਤਰੀ ਰਹੇ ਆ, 11 ਮਹੀਨੇ ਉਹ ਪ੍ਰਧਾਨ ਮੰਤਰੀ ਰਹੇ ਆ, ਤੇ ਉਹਨਾਂ ਕੋਲੇ ਉਹ 90 ਸਾਲਾਂ ਦੇ ਆ। ਉਹ 90 ਸਾਲਾਂ ਦੇ ਆ, ਉਹ ਤਾਂ ਆ ਸਕਦੇ ਆ। ਜੇ ਮੁਰਲੀ ਮਨੋਹਰ ਜੋਸ਼ੀ 90 ਸਾਲਾਂ ਦੇ ਆ, ਉਹ ਨਹੀਂ ਆ ਸਕਦੇ। ਇਹ ਹਾਲਾਤ ਆ ਤਾਂ ਕਿ ਇਹਨਾਂ ਨੂੰ ਪਾਸੇ ਰੱਖੋ, ਇੱਥੋਂ ਇਹਨਾਂ ਨੂੰ ਆਉਣ ਹੀ ਨਾ ਦਿਓ। ਤੇ ਵੈਸੇ ਮੈਂ ਪਿੱਛੇ ਕਿਉਂ ਜਾਣਾ, ਆ ਤਾਜ਼ਾ ਉਦਾਹਰਨਾਂ ਦੇਖ ਲਓ। ਵਸੁੰਧਰਾ ਰਾਜੇ, ਉਹਨੂੰ ਵੀ ਮੈਨੂੰ ਲੱਗਦਾ ਹੁਣ ਮਾਰਗਦਰਸ਼ਕ ਮੰਡਲ ਦੇ ਵਿੱਚ ਪਾਉਣ ਦੀ ਪੂਰੀ ਤਿਆਰੀ ਹੈ, ਤੇ ਇਸੇ ਤਰ੍ਹਾਂ ਮਾਰਗਦਰਸ਼ਕ ਮੰਡਲ ਦੇ ਵਿੱਚ ਸ਼ਾਇਦ ਸ਼ਿਵਰਾਜ ਸਿੰਘ ਚੌਹਾਨ ਨੂੰ ਵੀ ਪਾ ਦੇਣ। ਆਪਣੇ ਹੀ ਵਿਅਕਤੀਆਂ ਨੇ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਨਾਲ ਖੜੇ ਰਹੇ ਨੇ, ਚੰਗੇ ਮਾੜੇ ਸਮੇਂ ਖੜੇ ਰਹੇ ਨੇ, ਉਹਨਾਂ ਨੂੰ ਇੱਕ ਤਰ੍ਹਾਂ ਸਾਈਡਲਾਈਨ ਕੀਤਾ ਜਾ ਰਿਹਾ। ਤੇ ਤੁਹਾਨੂੰ ਲੱਗਦਾ ਕਿ ਇਹ ਸਾਰੀਆਂ ਚੀਜ਼ਾਂ ਅੱਗੇ ਨਹੀਂ ਆਉਣਗੀਆਂ? ਇਹ ਵੀ ਭਾਰਤੀ ਜਨਤਾ ਪਾਰਟੀ ਲਈ ਅੱਜ ਤਾਂ ਲੱਗਦਾ ਕਿ ਨਰਿੰਦਰ ਮੋਦੀ ਜਾਂ ਅਮਿਤ ਸ਼ਾਹ ਬਹੁਤ ਤਾਕਤਵਰ ਨੇ, ਪਰ ਸਮਾਂ ਕਦੋਂ ਬਦਲ ਜੇ ਇਹਦਾ ਪਤਾ ਨਹੀਂ ਲੱਗਦਾ। ਵੈਸੇ ਅੱਗੇ ਚੱਲਦੇ ਹਾਂ। ਇਸ ਤੋਂ ਪਹਿਲਾਂ ਕਿ ਮੈਂ ਇਹ ਦੱਸਾਂ ਕਿ ਇਹਨਾਂ ਨੂੰ ਤਾਂ ਖੈਰ ਇੱਥੇ ਨਹੀਂ ਬੁਲਾਇਆ ਗਿਆ, ਔਰ ਇੱਥੇ ਹੋਰ ਕਿਹੜੀਆਂ ਹਸਤੀਆਂ ਆ ਰਹੀਆਂ ਨੇ ਮੈਂ ਉਹਨਾਂ ਬਾਰੇ ਜ਼ਰੂਰ ਦੱਸਦਾ। 81-82 ਸਾਲਾਂ ਦੇ ਅਮਿਤਾਭ ਬੱਚਨ ਨੇ ਭਾਰਤੀ ਫਿਲਮ ਇੰਡਸਟਰੀ ਦੇ, ਉਹਨਾਂ ਨੂੰ ਬੁਲਾ ਲਿਆ ਗਿਆ। ਰਜਨੀਕਾਂਤ ਨੂੰ ਬੁਲਾ ਲਿਆ ਗਿਆ, ਮਾਧੁਰੀ ਦੀਕਸ਼ਿਤ ਨੂੰ ਬੁਲਾ ਲਿਆ ਗਿਆ, ਮਧੁਰ ਭੰਡਾਰਕਰ ਨੂੰ, ਇਹ तमाम ਤਰ੍ਹਾਂ ਦੀਆਂ ਫਿਲਮ ਪਰਸਨੈਲਿਟੀਜ਼ ਬੁਲਾ ਲਈਆਂ ਗਈਆਂ। ਪਰ ਜਿਹੜੇ ਆਪਣੇ BJP ਜਿਨ੍ਹਾਂ ਨੇ ਰਾਮ ਮੰਦਿਰ ਲਈ ਉਹ ਰਥ ਯਾਤਰਾ ਕੱਢੀ ਸੀ, ਜਿਨ੍ਹਾਂ ਕਰਕੇ ਇਹ ਸਾਰਾ ਕੁਝ ਹੋਇਆ, ਉਸ ਤੋਂ ਬਾਅਦ ਬਾਬਰੀ ਮਸਜਿਦ 6 ਦਸੰਬਰ 1992 ਨੂੰ ਜਿਸ ਤਰ੍ਹਾਂ ਢਾਈ ਗਈ ਸੀ, ਉਹ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ। ਉਹਨਾਂ ਨੂੰ ਹੁਣ ਪਾਸੇ ਕਰਤਾ। ਸਾਰੀ ਜਿਹੜੀ ਸਟੇਜ ਆ, ਸੈਂਟਰ ਸਟੇਜ, ਉਹ ਆਪ ਸਾਂਭ ਲਈ ਆ। ਸੋ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਆਪਾਂ ਖੜੇ ਕਿੱਥੇ ਆ। ਇੰਡੀਆ ਅਲਾਇੰਸ ਦੀ ਅੱਜ ਇੱਕ ਬਹੁਤ ਅਹਿਮ ਬੈਠਕ ਹੋਣ ਜਾ ਰਹੀ ਹੈ। ਦਿੱਲੀ ਦੇ ਵਿੱਚ ਇਹ ਬੈਠਕ ਆ, ਅਸ਼ੋਕਾ ਹੋਟਲ ਹੈ ਜਿਹੜਾ, ਉੱਥੇ ਇਹ ਬੈਠਕ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ 3 ਬੈਠਕਾਂ ਹੋ ਚੁੱਕੀਆਂ ਨੇ, ਇੱਕ ਜੂਨ ਦੇ ਮਹੀਨੇ ਦੇ ਵਿੱਚ, ਜੁਲਾਈ ਤੇ ਅਗਸਤ ਦੇ ਵਿੱਚ। ਪਹਿਲੀ ਪਟਨਾ, ਦੂਸਰੀ ਬੈਂਗਲੌਰ, ਤੇ ਤੀਸਰੀ ਜਿਹੜੀ ਬੈਠਕ ਹੋਈ ਸੀ ਉਹ ਮੁੰਬਈ ਦੇ ਵਿੱਚ ਹੋਈ ਸੀ। ਉਸ ਤੋਂ ਬਾਅਦ ਚੋਣਾਂ ਆ ਗਈਆਂ, ਇਸ ਕਰਕੇ ਬੈਠਕ ਹੋਈ ਨਹੀਂ। ਔਰ ਸਾਰਿਆਂ ਦੀ ਇਹ ਬੜੀ ਉਮੀਦ ਸੀ ਇਸ ਅਲਾਇੰਸ ਨੂੰ ਲੈ ਕੇ, ਕਿਉਂਕਿ 28 ਪਾਰਟੀਆਂ ਦਾ ਇਹ ਗੱਠਜੋੜ ਆ ਕਿ ਚਲੋ ਇਹ ਗੱਠਜੋੜ ਹੋਇਆ, ਕੋਈ ਤਾਂ ਇਸ ਤਰ੍ਹਾਂ ਦਾ ਗੁੱਟ ਖੜਾ ਹੋਇਆ ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਜਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਸਰਕਾਰ ਨੂੰ ਕੋਈ ਚੈਲੰਜ ਕਰਨ ਵਾਲਾ ਤਾਂ ਪੈਦਾ ਹੋਇਆ, ਜਾਂ ਉਹਨਾਂ ਦੇ ਸਾਹਮਣੇ ਤਾਂ ਖੜਨ ਲਈ ਕੋਈ ਪੈਦਾ ਹੋਇਆ। ਇਹ ਸਾਰੀਆਂ ਗੱਲਾਂ ਹੋ ਰਹੀਆਂ ਸੀ। ਪਰ ਜਿਉਂ ਹੀ ਕਾਂਗਰਸ, ਖਾਸ ਤੌਰ ਤੇ ਰਾਜਸਥਾਨ, ਛੱਤੀਸਗੜ੍ਹ ਤੇ ਮੱਧ ਪ੍ਰਦੇਸ਼, ਇਹ 3 ਸਟੇਟਸ ਦੇ ਵਿੱਚ, ਸੂਬਿਆਂ ਦੇ ਵਿੱਚ ਚੋਣ ਹਾਰੀ, ਕਿਆਸ ਰਾਈਆਂ ਬਿਲਕੁਲ ਬਦਲ ਗਈਆਂ। ਲੋਕਾਂ ਨੇ ਅੰਦਾਜ਼ੇ ਇਹ ਲਾਉਣੇ ਸ਼ੁਰੂ ਕਰਤੇ ਕਿ ਕਿਉਂਕਿ ਕਾਂਗਰਸ 3 ਸੂਬਿਆਂ ਦੇ ਵਿੱਚ ਹਾਰ ਗਈ ਆ, ਹੁਣ ਤਾਂ ਇੰਡੀਆ ਦਾ ਜਿਹੜਾ ਇਹ ਗੱਠਜੋੜ ਬਣਿਆ, ਅਲਾਇੰਸ ਬਣਿਆ, ਇਹ ਵੀ ਖਤਮ ਹੋ ਜਾਊਗਾ। ਪਰ ਹਾਲਾਤ ਇਸ ਤਰ੍ਹਾਂ ਦੇ ਨਹੀਂ ਆ। ਇੰਨਾ ਸੌਖਾ ਨਹੀਂ ਆ ਭਾਰਤੀ ਜਨਤਾ ਪਾਰਟੀ ਲਈ ਇੱਥੋਂ ਤੱਕ ਕਿ ਬਹੁਮਤ ਵੀ ਪ੍ਰਾਪਤ ਕਰਨਾ।
मैं थोड़ा जिहा तुहानूं दसदा। देखो, इस इंडिया अलायंस दे विच 4-5 लीडर्स ਉਹ ਨੇ ਜਿਨ੍ਹਾਂ ਦਾ ਇਤਿਹਾਸ ਬੋਲਦਾ, ਉਹਨਾਂ ਦਾ ਇਹ ਟਰੈਕ ਰੈਕਡ ਆ ਕਿ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਆਪਣੀ ਹੀ ਉਸ ਪਿੱਚ ਤੇ ਪਟਕਣੀ ਦਿੱਤੀ ਆ, ਹਰਾਇਆ। ਮਮਤਾ ਬੈਨਰਜੀ 2 ਵਾਰੀ ਕੋਸ਼ਿਸ਼ ਕੀਤੀ ਭਾਰਤੀ ਜਨਤਾ ਪਾਰਟੀ ਨੇ ਵੈਸਟ ਬੰਗਾਲ ਦੇ ਵਿੱਚ ਆਪਣੀ ਸਰਕਾਰ ਬਣਾਉਣ ਦੀ, ਪਰ ਹਰ ਵਾਰੀ ਮਮਤਾ ਬੈਨਰਜੀ ਵੱਧ ਵੋਟਾਂ ਲੈ ਕੇ ਆਉਂਦੀ ਆ ਔਰ ਭਾਰਤੀ ਜਨਤਾ ਪਾਰਟੀ ਨੂੰ ਬੁਰੀ ਤਰ੍ਹਾਂ ਪਛਾੜਦੀ ਆ। ਇਹ ਆ ਉਸ ਮਮਤਾ ਬੈਨਰਜੀ ਦਾ ਤ੍ਰਿਣਮੂਲ ਕਾਂਗਰਸ ਪਾਰਟੀ ਦੀ ਜਿਹੜੀ ਕਰਤਾ ਧਰਤਾ ਉਹਦਾ ਟਰੈਕ ਰੈਕਡ। ਚਲੋ ਇੱਥੇ ਨਹੀਂ ਆਉਂਦੇ। ਨਿਤਿਸ਼ ਕੁਮਾਰ ਇਸੇ ਤਰ੍ਹਾਂ ਤੇਜਸਵੀ ਯਾਦਵ, ਲਾਲੂ ਪ੍ਰਸਾਦ ਯਾਦਵ, ਆਪਾਂ ਬਿਹਾਰ ਚੱਲਦੇ ਹਾਂ। ਜਿੰਨੀ ਦੇਰ ਤੱਕ ਭਾਰਤੀ ਜਨਤਾ ਪਾਰਟੀ ਨਾਲ ਸੀ, ਭਾਰਤੀ ਜਨਤਾ ਪਾਰਟੀ ਨੂੰ ਨਿਤਿਸ਼ ਕੁਮਾਰ ਦਾ ਲਾਹਾ ਮਿਲਦਾ ਰਿਹਾ, ਇਹ ਸਾਰਿਆਂ ਨੂੰ ਪਤਾ। ਜਿੱਦਣ ਇਹ ਵੱਖਰੇ ਹੋ ਗਏ, ਅੱਜ ਦੀ ਤਰੀਕ ਦੇ ਵਿੱਚ 40 ਲੋਕ ਸਭਾ ਦੀਆਂ ਸੀਟਾਂ ਨੇ। ਵੈਸੇ ਵੈਸਟ ਬੰਗਾਲ ਦੇ ਵਿੱਚ 42 ਆ, 40 ਇੱਥੇ ਆ। ਅੱਜ ਉਹ 40 ਸੀਟਾਂ ਭਾਰਤੀ ਜਨਤਾ ਪਾਰਟੀ ਲਈ ਖਤਰੇ ਦਾ ਸਬਬ ਬਣੀਆਂ ਹੋਈਆਂ ਨੇ। ਸੰਭਾਵਨਾਵਾਂ ਉੱਥੇ ਬਹੁਤ ਘਟ ਗਈਆਂ ਨੇ। ਅੱਗੇ ਚੱਲਦੇ ਆ। ਉਧਵ ਠਾਕਰੇ 48 ਸੀਟਾਂ ਨੇ ਮਹਾਰਾਸ਼ਟਰ ਦੇ ਵਿੱਚ। ਲੋਕ ਸਭਾ ਦੀਆਂ ਮੈਂ ਗੱਲ ਕਰ ਰਿਹਾ, 48 ਸੀਟਾਂ। ਜਦੋਂ ਤੋਂ ਅਲਾਇੰਸ ਤੋੜਿਆ ਗਿਆ, ਪਹਿਲਾਂ ਤੁਹਾਨੂੰ ਪਤਾ ਕਾਂਗਰਸ ਦੇ ਨਾਲ ਸੀ, ਇਸੇ ਤਰ੍ਹਾਂ ਸ਼ਰਦ ਪਵਾਰ ਦੀ ਪਾਰਟੀ ਐਨਸੀਪੀ ਦੇ ਨਾਲ ਇਹ ਮਹਾਗਾੜੀ ਦੀ ਸਰਕਾਰ ਬਣੀ ਹੋਈ ਸੀ। ਅੱਜ ਦੀ ਤਰੀਕ ਦੇ ਵਿੱਚ ਉੱਥੇ ਉਧਵ ਠਾਕਰੇ ਬਹੁਤ ਸਟਰੋਂਗ ਆ। ਸੋ ਇਹ ਕਹਿ ਦੇਣਾ ਕਿ ਉੱਥੇ ਬੀਜੇਪੀ ਬਹੁਤ ਸੀਟਾਂ ਲੈ ਜੂਗੀ, ਇਸ ਤੇ ਸੋਚਣ ਦੀ ਗੱਲ ਆ। ਕਈ ਵਾਰੀ ਮੈਂ ਤੁਹਾਨੂੰ ਦੱਸਿਆ ਇਹ ਇਹਨਾਂ ਨੇ ਪਟਕਣੀ ਉੱਥੇ ਦਿੱਤੀ ਆ। ਅੱਗੇ ਆ ਜਾਓ ਅਰਵਿੰਦ ਕੇਜਰੀਵਾਲ ਹੋ ਸਕਦਾ ਬੜੀਆਂ ਕਮੀਆਂ ਪੇਸ਼ੀਆਂ ਜਾਂ ਉਹਨਾਂ ਦੀ ਇਹਨਾਂ ਦਿਨਾਂ ਦੇ ਵਿੱਚ ਸਿਆਸਤ ਕੋਈ ਬਹੁਤ ਜ਼ਿਆਦਾ ਰੰਗ ਨਾ ਦਿਖਾ ਰਹੀ ਹੋਵੇ, ਪਰ ਤੁਸੀਂ ਯਾਦ ਕਰੋ ਸਨ 2015 ਦੇ ਵਿੱਚ ਤੇ ਉਸ ਤੋਂ ਬਾਅਦ ਸਨ 2020 ਦੇ ਵਿੱਚ ਇਸੇ ਅਰਵਿੰਦ ਕੇਜਰੀਵਾਲ ਨੇ ਭਾਰਤੀ ਜਨਤਾ ਪਾਰਟੀ ਨੂੰ ਦਿੱਲੀ ਦੇ ਵਿੱਚ ਇੱਕ ਵਾਰੀ 67 ਸੀਟਾਂ ਲੈ ਕੇ ਤੇ ਇੱਕ ਵਾਰੀ 62 ਸੀਟਾਂ ਲੈ ਕੇ ਉੱਥੇ ਹੀ ਪਟਕਣੀ ਦਿੱਤੀ ਆ, ਉੱਥੇ ਹੀ ਹਰਾਇਆ। ਤੇ ਇਸ ਗੱਲ ਨੂੰ ਭਾਰਤੀ ਜਨਤਾ ਪਾਰਟੀ ਭੁੱਲੀ ਨਹੀਂ ਹੈ। ਵੈਸੇ ਅਸੈਂਬਲੀ ਚੋਣਾਂ ਤੋਂ ਇਲਾਵਾ ਆ ਜਿਹੜੀਆਂ ਪਿੱਛੇ ਜੇ ਸਨ 2022 ਦੀ ਮੈਂ ਗੱਲ ਕਰ ਰਿਹਾ, ਜਦੋਂ ਉੱਥੇ MCD ਮਿਊਨਿਸਪਲ ਕਾਰਪੋਰੇਸ਼ਨ ਦਿੱਲੀ ਦੀਆਂ ਚੋਣਾਂ ਹੋਈਆਂ, ਉਹਦੇ ਵਿੱਚ ਵੀ ਭਾਜਪਾ ਨੂੰ ਹਰਾਇਆ। ਇਹ ਆ ਉੱਥੋਂ ਦਾ ਟਰੈਕ ਰੈਕਡ। ਜਿਹੜੇ ਇਹ ਲੀਡਰਸ ਨੇ ਆਪਣੇ ਆਪਣੇ ਖੇਤਰ ਦੇ ਵਿੱਚ। ਤੇ ਹੁਣ ਜਿਹੜੀ ਮਮਤਾ ਬੈਨਰਜੀ ਨੇ ਗੱਲ ਕਹੀ ਆ ਉਹ ਬੜੀ ਅਹਿਮ ਆ। ਕਹਿੰਦੇ ਪ੍ਰਧਾਨ ਮੰਤਰੀ ਚੁਣ ਲਾਂਗੇ ਜੇ ਸੱਤਾ ਦੇ ਵਿੱਚ ਆਏ, ਪਹਿਲਾਂ ਸੀਟਾਂ ਪ੍ਰਾਪਤ ਕਰੋ ਆਪਣੇ ਆਪਣੇ ਰਾਜ ਦੇ ਵਿੱਚ, ਆਪਣੇ ਆਪਣੇ ਸੂਬੇ ਦੇ ਵਿੱਚ। ਜੇ ਸੀਟਾਂ ਲੈ ਕੇ ਆਵਾਂਗੇ ਤਾਂ ਹੀ ਉਹ ਪ੍ਰਧਾਨ ਮੰਤਰੀ ਦੀ ਗੱਲ ਕਰਾਂਗੇ। ਪ੍ਰਧਾਨ ਮੰਤਰੀ ਤੇ ਨਾ ਲੜੋ। ਅਖਿਲੇਸ਼ ਯਾਦਵ ਦੀ ਵੀ ਮੈਂ ਗੱਲ ਕਰ ਦੇਣਾ ਉੱਤਰ ਪ੍ਰਦੇਸ਼ ਦੇ ਵਿੱਚ। ਅੱਜ ਜੇ ਕੋਈ ਵੀ ਨੇਤਾ ਉੱਥੇ ਤਾਕਤਵਰ ਆ, ਉੱਥੇ ਕਾਂਗਰਸ ਹੈ ਨਹੀਂ ਗੀ। ਕਾਂਗਰਸ ਨਾ ਤੁਹਾਨੂੰ ਯੂਪੀ 'ਚ ਲੱਭੂਗੀ, ਨਾ ਤੁਹਾਨੂੰ ਗੁਜਰਾਤ ਦੇ ਵਿੱਚ ਲੱਭੂਗੀ, ਪਰ ਯੂਪੀ ਦੇ ਵਿੱਚ ਅੱਜ ਵੀ ਜੇ ਅਖਿਲੇਸ਼ ਯਾਦਵ ਤੇ ਨਾਲ ਮਾਇਆਵਤੀ ਦਾ ਕਿਸੇ ਤਰ੍ਹਾਂ ਦਾ ਕੋਈ ਗੱਠ ਜੋੜ ਹੋ ਜਾਂਦਾ ਤੇ ਬਹੁਤ ਇੱਕ ਜਿਹਨੂੰ ਅਸੀਂ ਫਾਰਮੀਡੇਬਲ ਇੱਕ ਆਪੋਨੈਂਟ ਕਹਿੰਦੇ ਆ, ਜਿਹੜੇ ਬਹੁਤ ਤਾਕਤਵਰ ਹੋ ਜਾਂਦੇ ਨੇ, ਉਹ ਉੱਥੇ ਬਣ ਸਕਦੇ ਆ। ਸੋ ਜੇ ਇਹ ਗੱਠਜੋੜ ਰਹਿੰਦਾ ਤੇ ਇਹਨਾਂ ਦੀ ਆਪਣੀ ਹੋਣ ਦਾ ਕਾਰਨ ਆ, ਇਹਨਾਂ ਨੂੰ ਰਹਿਣਾ ਪੈਣਾ, ਕੋਈ ਕਿਸੇ ਦੀ ਮਜਬੂਰੀ ਨਹੀਂ ਆ। ਸਾਰਿਆਂ ਨੂੰ ਪਤਾ ਕਿ ਜੇ ਅਸੀਂ ਇਸੇ ਤਰ੍ਹਾਂ ਰਹੇ ਤੇ ਇਸੇ ਭਾਰਤੀ ਜਨਤਾ ਪਾਰਟੀ ਨੇ ਕਿਸੇ ਆਪੋਜੀਸ਼ਨ ਜਾਂ ਵਿਰੋਧੀ ਨੇਤਾ ਨੂੰ ਜਾਂ ਵਿਰੋਧੀ ਪਾਰਟੀ ਨੂੰ ਟਿਕਣ ਨਹੀਂ ਦੇਣਾ। ਸ਼੍ਰੋਮਣੀ ਅਕਾਲੀ ਦਲ ਦਾ ਹਾਲ ਤੁਸੀਂ ਦੇਖ ਹੀ ਲਿਆ। ਹਜੇ ਤੱਕ ਇਹ ਨਹੀਂ ਸਮਝ ਆ ਰਹੀ ਕਿ ਦੁਬਾਰਾ ਪੈਰ ਕਿਸ ਤਰ੍ਹਾਂ ਲਾਉਣੇ ਆ। ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਮਾਫੀਆ ਮੰਗਦੇ ਹੋਏ ਨਜ਼ਰ ਆ ਰਹੇ ਸੀ। ਲੱਗਦਾ ਸੀ ਕਿ ਗੱਲ ਬਣ ਨਹੀਂ ਰਹੀ। ਸੋ ਇਸ ਚੀਜ਼ ਦਾ ਸਾਰੀਆਂ ਖੇਤਰੀ ਪਾਰਟੀਆਂ ਨੂੰ ਪਤਾ ਕਿ ਜੇ ਅਸੀਂ ਆਪਸ ਦੇ ਵਿੱਚ ਜੁੜ ਕੇ ਨਾ ਰਹੇ ਤੇ ਫਿਰ ਸਾਡਾ ਹਾਲ ਰਹਿਣਾ ਹੀ ਨਹੀਂ ਕਿਸੇ ਤਰ੍ਹਾਂ ਦਾ। ਹਾਲ ਤਾਂ ਛੱਡ ਹੀ ਦਿਓ। ਤੁਸੀਂ ਯਾਦ ਕਰੋ, ਮੈਂ ਸਨ 2019 ਦੀ ਗੱਲ ਕਰਦਾ। ਜੇ ਸਨ 2014 ਦੇ ਵਿੱਚ 32% ਵੋਟ ਲੈ ਕੇ ਗਈ ਸੀ ਭਾਰਤੀ ਜਨਤਾ ਪਾਰਟੀ, ਸਨ 2019 ਦੇ ਵਿੱਚ 37% ਤੋਂ ਵੱਧ ਸੀ, 38%। 62% ਜਿਹੜੀਆਂ ਵੋਟਾਂ ਉਹ ਆਪੋਜੀਸ਼ਨ ਕੋਲੇ ਆ, ਵਿਰੋਧੀ ਪਾਰਟੀਆਂ ਕੋਲੇ ਆ। ਗੱਲ ਕੇਵਲ ਤੇ ਕੇਵਲ ਆ ਇਕੱਠੇ ਹੋਣ ਦੀ। ਜੇ ਇਕੱਠੇ ਹੋ ਗਏ ਤੇ ਫਿਰ ਤੁਸੀਂ ਦੇਖੋ, ਜੇ ਨਾ ਹੋਏ ਤੇ ਫਿਰ ਤਾਂ ਸਾਰਿਆਂ ਨੂੰ ਅੰਤ ਪਤਾ ਹੀ ਹੈ। ਬਿਕਰਮ ਸਿੰਘ ਮਜੀਠੀਆ ਦੀ ਬੀਤੇ ਕੱਲ ਪੁੱਛਗਿੱਛ ਹੋਈ। 7 ਘੰਟੇ ਤੋਂ ਵੀ ਵੱਧ ਇਹ ਪੁੱਛਗਿੱਛ ਚੱਲੀ ਔਰ ਉਸ ਦੌਰਾਨ ਉੱਥੇ ਜਿਹੜੇ ਇਸ ਟਾਈਮ SIT ਦੀ ਅਗਵਾਈ ਕਰ ਰਹੇ ਨੇ, ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੀ ADGP ਮੁਖਵਿੰਦਰ ਸਿੰਘ ਚੀਨਾ, ਉਹ ਵੀ ਮੌਜੂਦ ਸੀ। ਇਸੇ ਤਰ੍ਹਾਂ DIG ਰਣਜੀਤ ਸਿੰਘ ਢਿੱਲੋਂ ਜਾਂ ਹੋਰ ਤਮਾਮ ਉੱਥੇ SP ਜਾਂ DSP ਰੈਂਕ ਦੇ ਅਫਸਰ ਬੈਠੇ ਸੀ। ਇਹਨਾਂ ਨੇ ਪੁੱਛਗਿੱਛ ਕੀਤੀ। ਕਾਫੀ ਲੰਬੀ ਪੁੱਛਗਿੱਛ ਸੀ।
कई अफसरां दे नाल मेरी गलबात भी हुई। मैं पुछया कि की उन्होंने कोऑपरेट किया या जवाब दिते, और उन्होंने मैनू सारे पुलिस ऑफिसर्स ने यही दस्या कि बड़े संजीदा ढंग दे नाल, बड़े सीरीयस ढंग दे नाल इस सारी जिहड़ी गलबात है, या इंटैरोगेशन है, सवाल जवाब होए, और मजीठिया, बिक्रम सिंह मजीठिया सारे सवालों के जवाब दे रहे सी। इस दौरान उन्होंने 2 वारी चाह पीण की जरूर ऑफर की। रोटी कहते मैं केवल सवेरे तो शाम को खाना, दोपहरे मैं रोटी नहीं खाता। बड़ी लंबी उन्हों की यह गलबात चली। आने तो पहला इसे SIT नूं ज्वाइन करन तो पहला इस इन्वेस्टिगेशन नूं वो कहंदे सी कि बड़ा सियासीकरण हो गया, सियासत आ, ये सारा कुछ जो सियासत नाल भरपूर आ, इस उत्ते गल्लां कर रहे सी। पर जान लगे उन्होंने इस तरह की गल नहीं की। वैसे मैं तुहानूं ये जरूर दसदा कि इसे SIT ने हुण बिक्रम सिंह मजीठिया नूं 27 दसंबर नूं फिर बुला लिया। उन्हां तो हुण की अगली कार्रवाई करनगे जां की पुछगिछ करनगे, ये 27 दसंबर तो बाद पता लगूगा। पर एक गल मैं तुहानूं होर दसदा, ਇਹਦੇ ਵਿੱਚ ਜਿਹੜੇ ਹੋਰ कुछ दोषी ने सतप्रीत सिंह सत्ता, इसे तरह परमिंदर सिंह उर्फ पिंदी ते अमरिंदर सिंह उर्फ लाडी, ये तिन्ने कैनेडा के रहने वाले ने, उत्थे चले गए सी। सन 2013 ਦੇ ਵਿੱਚ ਇਹ ਕੇਸ ਉਜਾਗਰ ਹੁੰਦਾ। लगभग 11 साल इस केस ਨੂੰ ਹੋ ਗਏ, ਕਿਸੇ ਨੇ ਕੁਛ ਨਹੀਂ ਕੀਤਾ। ਤੇ ਜਿੰਨੀ ਦੇਰ ਤੱਕ ਤੁਸੀਂ ਇਹਨਾਂ ਨੂੰ ਇੱਧਰ ਐਕਸਟ੍ਰਾਡਾਈਟ ਨਹੀਂ ਕਰਵਾ ਕੇ ਲੈ ਕੇ ਆਓਗੇ, ਇਹਨਾਂ ਨੂੰ ਜਾਂਚ ਦੇ ਵਿੱਚ ਸ਼ਾਮਿਲ ਨਹੀਂ ਕਰਾਓਗੇ, ਉਨੀ ਦੇਰ ਤੱਕ ਇਹ ਕੇਸ ਕਿਸੇ ਸਿਰੇ ਨਹੀਂ ਲੱਗਣਾ। ਤੇ ਜੇ ਕਿਸੇ ਨੂੰ ਇਹ ਲੱਗਦਾ ਕਿ ਬਿਕਰਮ ਸਿੰਘ ਮਜੀਠੀਆ ਤੋਂ ਕੁਝ ਨਿਕਲ ਆਊਗਾ, ਤੁਸੀਂ ਕੋਰਟ ਦੀਆਂ ਟਿੱਪਣੀਆਂ ਵੀ ਦੇਖ ਲਓ। ਜਿਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਉਹਨਾਂ ਨੂੰ ਜ਼ਮਾਨਤ ਦਿੱਤੀ ਸੀ, ਉਹਨਾਂ ਨੇ ਤਾਂ ਖੁਦ ਹੀ ਕਹਿਤਾ ਸੀ ਕਿ ਤੁਹਾਡੇ ਕੋਲੇ ਕਿਸੇ ਤਰ੍ਹਾਂ ਦਾ ਕੋਈ ਐਵੀਡੈਂਸ ਨਹੀਂ ਹੈ, ਕੋਈ ਸਬੂਤ ਨਹੀਂ ਹੈ, ਕੋਈ ਤੁਹਾਡੇ ਕੋਲੇ ਰਿਕਵਰੀ ਨਹੀਂ ਹੈ, ਕੋਈ ਤੁਹਾਨੂੰ ਕੁਝ ਪ੍ਰਾਪਤ ਨਹੀਂ ਹੋਇਆ। ਤੁਸੀਂ ਕਿਸੇ ਵੀ ਦੋਸ਼ ਨੂੰ, ਜਿਹੜੇ ਤੁਸੀਂ ਐਲੀਗੇਸ਼ਨਸ ਲਾਏ ਆ, ਆਪਸ ਦੇ ਵਿੱਚ ਜੋੜ ਨਹੀਂ ਸਕਦੇ, ਇਸ ਕਰਕੇ ਜ਼ਮਾਨਤ ਦੇ ਦਿੰਦੇ ਆ। ਔਰ ਉਹਨਾਂ ਨੇ ਇੱਥੋਂ ਤੱਕ ਵੀ ਕਿਹਾ ਸੀ ਕਿ ਜ਼ਮਾਨਤ ਦੇ ਦੌਰਾਨ ਵੀ ਇਸ ਬਿਕਰਮ ਸਿੰਘ ਮਜੀਠੀਆ ਨੇ ਕੁਝ ਨਹੀਂ ਕਰਾ, ਇਸ ਗੱਲ ਤੋਂ ਨਿਸ਼ਚਿੰਤ ਰਹੋ। ਸੋ ਇਹ ਸਾਰਾ ਕੁਝ ਤਾਂ ਉਹ ਕਹਿ ਚੁੱਕੇ ਆ। ਵੈਸੇ ਵੀ ਜੇ ਸਨ 2013 ਦੇ ਵਿੱਚ ਇਹ ਕੇਸ ਉਜਾਗਰ ਹੋਇਆ ਨਸ਼ਿਆਂ ਦਾ, ਤੇ ਫਿਰ ਸਨ 2017 ਤੱਕ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ। ਕੀ ਕੋਈ ਆਪਣੇ ਖਿਲਾਫ ਜੇ ਕਿਸੇ ਤਰ੍ਹਾਂ ਦਾ ਕੋਈ ਸਬੂਤ ਹੋਇਆ ਵੀ ਤਾਂ ਰਹਿਣ ਦਊਗਾ? ਇਹ 11 ਸਾਲ ਤਾਂ ਤੁਸੀਂ ਸਾਰੇ ਇਹ ਜਿੱਦੋ-ਜਹਿਦ ਕਰਦੇ ਰਹੇ, ਤੁਹਾਨੂੰ ਕੁਝ ਲੱਭਿਆ ਨਹੀਂ। ਹੁਣ ਤਾਂ ਕੇਵਲ ਇਹ ਆ ਕਿ ਤੁਸੀਂ ਲਕੀਰ ਪਿੱਟੀ ਜਾਂਦੇ ਹੋ, ਜਾਂ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ, ਕਿਉਂਕਿ ਤੁਸੀਂ ਪਹਿਲਾਂ ਦਾਅਵੇ ਬੜੇ ਕਰਤੇ ਆ। ਇਹੀ ਅਰਵਿੰਦ ਕੇਜਰੀਵਾਲ ਬਾਅਦ ਦੇ ਵਿੱਚ ਪਹਿਲਾਂ ਦਾਅਵੇ ਕਰਤੇ, ਪੋਸਟਰ ਲਾਤੇ, ਬੈਨਰ ਲਾਤੇ, ਵੱਡੀਆਂ ਵੱਡੀਆਂ ਹੋਰਡਿੰਗਸ ਲਾਤੀਆਂ, ਬਾਅਦ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਤੋਂ ਮਾਫੀ ਮੰਗ ਲਈ। ਹੁਣ ਵੀ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖੋ, ਮਈ ਦੇ ਮਹੀਨੇ ਦੇ ਵਿੱਚ ਇਹ ਨਵੀਂ SIT ਬਣੀ ਸੀ, ਤੇ ਹੁਣ ਜਾ ਕੇ ਦਸੰਬਰ ਦੇ ਵਿੱਚ ਬੁਲਾਇਆ। ਇਹ ਤਾਂ ਲੱਗਦਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਆਪਸ ਦੇ ਵਿੱਚ ਇੱਕ ਦੂਸਰੇ ਤੇ ਤੋਹਮਤਾਂ ਲਾਉਣ ਲੱਗੇ, ਦੂਸ਼ਣਬਾਜ਼ੀ ਸ਼ੁਰੂ ਹੋ ਗਈ। ਮੈਂ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੀ ਗੱਲ ਕਰਦਾ ਤੇ ਬਿਕਰਮ ਸਿੰਘ ਮਜੀਠੀਆ ਦੇ ਦਰਮਿਆਨ। ਉਸ ਤੋਂ ਬਾਅਦ ਇਹ ਜਿਹੜੀ SIT ਆ ਉਹ ਐਕਟਿਵ ਹੋਈ ਆ, ਜਾਂ ਉਹਨਾਂ ਨੇ ਇਹਨਾਂ ਨੂੰ ਬੁਲਾਇਆ। ਪਰ ਲੱਗਦਾ ਨਹੀਂ ਕਿ ਇਸ ਵਿੱਚੋਂ ਕੁਝ ਨਿਕਲੂਗਾ। ਹਾਂ, ਉਹਨਾਂ ਦੇ ਕਾਰਜਕਾਲ ਦੇ ਦੌਰਾਨ, ਯਾਨੀ ਕਿ ਬਿਕਰਮ ਸਿੰਘ ਮਜੀਠੀਆ ਦੇ ਕਾਰਜਕਾਲ ਦੇ ਦੌਰਾਨ ਜੇ ਕੋਈ ਕਰਪਸ਼ਨ ਹੋਈ ਆ ਕਿਸੇ ਤਰ੍ਹਾਂ ਦੀ, ਉਸ ਗੱਲ ਨੂੰ ਤਾਂ ਕੋਈ ਕਿਤੇ ਨਾ ਕਿਤੇ ਖੰਗਾਲਿਆ ਜਾ ਸਕਦਾ। ਪਰ ਜੇ ਤੁਸੀਂ ਇਹ ਕਹਿ ਲਓ ਕਿ ਨਸ਼ਿਆਂ ਨੂੰ ਖੰਗਾਲ ਕੇ ਜਾਂ ਨਸ਼ਿਆਂ ਦੇ ਨਾਲ ਲਿੰਕ ਕਰਕੇ ਬਿਕਰਮ ਸਿੰਘ ਮਜੀਠੀਆ ਨੂੰ ਇਸ ਵਕਤ ਕੋਈ ਏਜੰਸੀ ਸਜ਼ਾ ਦਵਾ ਪਾਊਗੀ, ਮੈਨੂੰ ਇਹ ਬਹੁਤ ਮੁਸ਼ਕਲ ਲੱਗ ਰਿਹਾ। ਸਮਾਂ ਹੋ ਗਿਆ ਅੱਜ ਉਹਨਾਂ ਕੁਝ ਕਮੈਂਟਸ ਦਾ ਉਹ ਤੁਹਾਡੇ ਨਾਲ ਸ਼ੇਅਰ ਕਰਨ ਦਾ। ਅਜਮੇਰ ਢਿੱਲੋਂ 3013 ਇਹ ਇਹਨਾਂ ਦਾ ਅਕਾਊਂਟ ਆ। ਇਹਨਾਂ ਨੇ ਕਿਹਾ ਕਿ ਸਾਡਾ ਦੇਸ਼ ਤਾਨਾਸ਼ਾਹੀ ਵੱਲ ਨੂੰ ਵੱਧ ਰਿਹਾ ਕਿਉਂਕਿ ਸਾਡੇ ਵੋਟਰ ਪੂਰਨ ਤੌਰ ਤੇ ਜਾਗਰੂਕ ਨਹੀਂ ਆ। ਗਲਤੀ ਸਾਡੇ ਵੋਟਰਾਂ ਦੀ ਆ। ਬਿਲਕੁਲ ਤੁਸੀਂ ਬਹੁਤ ਸਹੀ ਕਮੈਂਟ ਕੀਤਾ। ਇਹਦੇ ਵਿੱਚ ਕੋਈ ਦੋਰਾਵਾਂ ਨਹੀਂ, ਅਸੀਂ ਪਹਿਲਾਂ ਵੀ ਗੱਲ ਕਰਕੇ ਹਟੇ ਆ। ਲਗਾਤਾਰ ਤਾਨਾਸ਼ਾਹੀ ਵੱਲ ਨੂੰ ਵੱਧ ਰਿਹਾ। ਔਰ ਸਾਡੇ ਜਿਹੜੇ ਸੰਵਿਧਾਨਿਕ ਸੰਸਥਾਨ ਨੇ, ਸਾਡੇ ਇੰਸਟੀਚਿਊਟਸ ਨੇ, ਈਵਨ ਕਿ ਕੋਰਟਸ ਤੱਕ ਲੈ ਲਓ, ਸਾਡੀਆਂ ਏਜੰਸੀਜ਼ ਤੱਕ ਲੈ ਲਓ, ਔਰ ਇੱਥੋਂ ਤੱਕ ਕਿ ਜਿਹੜਾ ਸਾਡਾ ਇਲੈਕਸ਼ਨ ਕਮਿਸ਼ਨ ਲੈ ਲਓ, ਲਗਾਤਾਰ ਉਸ ਨੂੰ ਡਾਇਲਿਊਟ ਕੀਤਾ ਜਾ ਰਿਹਾ, ਉਹਨੂੰ ਖਤਮ ਕੀਤਾ ਜਾ ਰਿਹਾ। ਲੱਗਦਾ ਹੀ ਨਹੀਂ ਕਿ ਉਹਨਾਂ ਦੀ ਆਪਣੀ ਕੋਈ ਸ਼ਕਤੀ ਬਚੀ ਆ। ਜਿਸ ਤਰ੍ਹਾਂ ਕੇਂਦਰ ਸਰਕਾਰ ਕਹਿੰਦੀ ਆ ਉਸੇ ਤਰ੍ਹਾਂ ਕਰਦੇ ਆ। ਵਿਰੋਧੀ ਧਿਰਾਂ ਦੀ ਤਾਂ ਉੱਥੇ ਕਿਸੇ ਤਰ੍ਹਾਂ ਦੀ ਕੋਈ ਮਾਨਤਾ ਹੀ ਨਹੀਂ ਆ। ਅਗਲਾ ਹਰਚਰਨ ਸਿੰਘ ਨੇ 6037 ਇਹਨਾਂ ਦਾ ਅਕਾਊਂਟ ਆ। ਇਹ ਕਹਿੰਦੇ ਆ ਕਰ ਲਓ ਗੱਲ। ਜਿਹੜੇ ਜੱਜ ਸਾਹਿਬ ਨੇ ਲੋਕਾਂ ਨੂੰ ਇਨਸਾਫ ਦੇਣਾ ਹੁੰਦਾ
ਜਦੋਂ ਉਸ ਜੱਜ ਸਾਹਿਬ ਨੂੰ ਆਪ ਇਨਸਾਫ ਲੈਣ ਲਈ ਇਸ ਤਰ੍ਹਾਂ ਭਟਕਣਾ ਪੈ ਜਾਵੇ, ਫਿਰ ਭਾਰਤ ਦੀ ਨਿਆਂ ਪ੍ਰਣਾਲੀ ਤੇ ਕਿਵੇਂ ਤੇ ਕਿਸ ਤਰ੍ਹਾਂ ਦਾ ਭਰੋਸਾ ਕਰੀਏ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਇਹ ਮੈਨੂੰ ਲੱਗਦਾ ਉਸ ਔਰਤ ਜੱਜ ਦੀ ਗੱਲ ਕਰ ਰਹੇ ਆ, ਉੱਤਰ ਪ੍ਰਦੇਸ਼ ਬਾਂਦਾ ਜ਼ਿਲ੍ਹੇ ਦੀ, ਜਿਨ੍ਹਾਂ ਨੇ ਚੀਫ ਜਸਟਿਸ ਆਫ ਇੰਡੀਆ DY ਚੰਦਰਚੂੜ ਤੋਂ ਮੌਤ ਮੰਗੀ ਆ। ਕਹਿੰਦੇ ਮੈਨੂੰ ਇਨਸਾਫ ਨਹੀਂ ਮਿਲਿਆ ਤਾਂ ਘੱਟੋ ਘੱਟ ਮੈਨੂੰ ਮੌਤ ਤਾਂ ਦੇ ਦਿਓ। ਬਿਲਕੁਲ, ਜੇ ਇਹ ਜਿਹੜੇ ਜੱਜ ਆ ਜਿਹੜੇ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਫਿਰਦੇ ਆ ਜਾਂ ਜਿੱਦੋ-ਜਹਿਦ ਕਰਦੇ ਆ ਜਾਂ ਕੰਮ ਕਰਦੇ ਆ, ਜੇ ਆਪ ਇਨਸਾਫ ਨਹੀਂ ਲੈ ਸਕਦੇ ਤੇ ਦੂਸਰਿਆਂ ਨੂੰ ਇਨਸਾਫ ਕੀ ਦਿਵਾਉਣਗੇ। ਤੁਸੀਂ ਦੇਖ ਰਹੇ ਸੀ ਕਨੈਕਟ ਸ਼ੀਸ਼ਾ, ਮੈਂ ਮਨਪ੍ਰੀਤ ਰੰਧਾਵਾ।